ਸਾਡਾ ਏਕਾ ਹੈ। ਏਪੀ ਮੈਨੂੰ ਨਹੀਂ ਨਿਊਜ਼ ਲੱਗਦਾ ਉੱਤੇ ਜਿਹੜਾ ਤੁਹਾਡਾ ਮਰਜ਼ੀ ਸਭ ਦਾ ਦੁਨੀਆ ਸਵਾਗਤ ਹੈ। ਪਾਸੇ ਇਸ ਦੇ ਵੇਲੇ ਸਾਡਾ ਦੀ ਕੋਈ ਖਬਰ ਨੁਕਸਾਨ ਪੰਜਾਬ 'ਚ ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਹੈ, ਜਿਸ 'ਚ ਮੁੱਖ ਤੌਰ ਤੇ ਜੀ ਪੰਜਾਬ ਦੇ ਕਲਾਕਾਰ ਇਸ ਸੰਘਰਸ਼ 'ਚ ਜਗ੍ਹਾ ਜਗ੍ਹਾ ਧਰਨਿਆਂ 'ਚ ਪਹੁੰਚ ਕੇ ਲੋਕਾਂ ਨੂੰ ਅਤੇ ਵਿਸ਼ੇਸ਼ਕਰ ਨੌਜਵਾਨ ਵਰਗ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਲੜਨ ਲਈ ਲਾਮਬੰਦ ਕਰ ਰਹੇ ਹਨ। ਇਸੇ ਦੇ ਤਹਿਤ ਅੱਜ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਦੇ ਪਿੰਡ ਠਠਰਕੇ ਵਿਖੇ ਕਿਸਾਨਾਂ ਦੇ ਧਰਨੇ 'ਚ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚੇ। ਵੇਖੋ ਉਹਨਾਂ ਨੇ ਲੋਕਾਂ ਦੇ ਰੂਬਰੂ ਹੋ ਕੇ ਕੀ ਕਿਹਾ। ਇਹ ਇੱਕ ਬਹੁਤ ਜ਼ਿਆਦਾ ਪੋਜ਼ਿਟਿਵ ਆਮ ਹੈ ਔਰ ਏਕੇ ਦਾ ਪ੍ਰਤੀਕ ਹੈ। ਜਿਹੜਾ ਕੱਲ ਪਹਿਲਾਂ ਤਾਂ ਜਿਹੜਾ ਇਜਲਾਸ ਬੁਲਾਇਆ ਗਿਆ ਇਹ ਵੀ ਏਕੇ ਕਰਕੇ ਹੈ। ਪੰਜਾਬ ਸਾਰੇ ਪੰਜਾਬੀਆਂ ਦਾ, ਚਾਹੇ ਯੂਥ ਹੈ, ਕਲਾਕਾਰ ਭਾਈਚਾਰਾ ਹੈ ਜਾਂ ਪੋਲੀਟੀਕਲ ਪਾਰਟੀਜ਼ ਹੈ, ਸਾਰਿਆਂ ਦੀ ਮਜਬੂਰੀ ਬਣ ਗਈ ਹੈ ਕਿ ਲੋਕ ਆਵਾਜ਼ ਨੂੰ ਇਸ ਏਕੇ ਦੀ ਆਵਾਜ਼ ਸੁਣੀ ਜਾ ਰਹੀ ਹੈ। ਜਿਹੜਾ ਕਿ ਕੱਲ ਫੈਸਲਾ ਲਿਆ ਗਿਆ, ਹਾਲਾਂਕਿ ਲੀਗਲ ਰੂਪ ਦੇ ਵਿੱਚ ਹਜੇ ਗਵਰਨਰ ਦੇ, ਪ੍ਰੈਜ਼ੀਡੈਂਟ ਦੇ ਸਾਈਨ ਮੇਰੇ ਹਿਸਾਬ ਨਾਲ ਹਜੇ ਰਹਿੰਦੇ ਆ ਔਰ ਸਟੇਟ ਜਿਹੜੀ ਹੈਗੀ ਹੈ ਸੈਂਟਰ ਦੇ ਰੂਲ ਨੂੰ ਓਵਰ ਰੂਲ ਕਰ ਸਕਦੀ ਹੈ ਜਾਂ ਨਹੀਂ, ਇਹ ਵੀ ਹਜੇ ਬਾਅਦ ਦੀ ਗੱਲ ਹੈ। ਪਰ ਸਾਡਾ ਜਿਹੜਾ ਏਕਾ ਹੈ ਪੂਰੇ ਪੰਜਾਬ ਦਾ, ਪੰਜਾਬੀਅਤ ਦਾ, ਕਲਾਕਾਰ ਭਾਈਚਾਰੇ ਦਾ ਇੱਕ ਮੁੱਦੇ 'ਤੇ, ਇਹ ਮੇਰੇ ਹਿਸਾਬ ਨਾਲ ਵੱਡੀ ਅਚੀਵਮੈਂਟ ਹੈ ਸਾਰੀ। ਆਪਾਂ ਪੋਲੀਟੀਕਲ ਆਦਮੀ ਨਹੀਂ ਹੈਗੇ। ਸਾਡਾ ਮਕਸਦ ਹੈਗਾ, ਕਿਉਂਕਿ ਮੈਂ ਖੁਦ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ ਔਰ ਲੋਕਡਾਊਨ 'ਚ ਪਿਛਲੇ 6 ਮਹੀਨਿਆਂ ਤੋਂ 2 ਸੀਜ਼ਨ ਆਏ ਆ। ਪਹਿਲਾਂ ਅਪ੍ਰੈਲ 'ਚ ਕਣਕ ਦਾ ਆਇਆ। ਆਪਾਂ ਖੇਤੀਬਾੜੀ ਨਾਲ ਹੀ ਜੁੜੇ ਹੋਏ ਹਾਂ। ਖੇਤੀਬਾੜੀ ਤੋਂ ਪੈਸੇ ਬਚਾ ਕੇ ਹੀ ਮੈਂ ਪਹਿਲੀ ਟੇਪ ਕੀਤੀ ਸੀਗੀ ਔਰ ਕਦੇ ਆਪਾਂ ਖੇਤੀ ਨੂੰ ਛੱਡਿਆ ਹੀ ਨਹੀਂ। ਔਰ ਦੂਜੀ ਜਿਹੜੀ ਮੇਨ ਗੱਲ ਹੈਗੀ ਹੈ, ਕਿੱਧਰ ਨੂੰ ਜਾਊਗਾ ਕਿੱਧਰ ਨੂੰ ਨਹੀਂ, ਆਪਾਂ ਕੋਈ ਇਹਦੀ ਭਵਿੱਖਬਾਣੀ ਨਹੀਂ ਕਰ ਸਕਦੇ। ਪਰ ਜਿਹੜਾ ਸਾਡਾ ਏਕਾ ਹੈ ਹੁਣ ਪੂਰਾ ਯੂਥ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਭੈਣਾਂ, ਪੋਲੀਟੀਕਲ ਪਾਰਟੀਜ਼ ਸਾਰੀਆਂ ਇੱਕ ਮੁੱਦੇ 'ਤੇ ਹੁਣ ਇਕੱਠੀਆਂ ਹੋਈਆਂ ਨੇ। ਮੇਰੇ ਹਿਸਾਬ ਨਾਲ ਉਹਨਾਂ ਪਾਵਰਾਂ ਦਾ ਮੈਂ ਥੈਂਕਸ ਕਰਦਾ ਕਿ ਸਾਨੂੰ ਇੰਨੀ ਗੋਲਡਨ ਅਪਰਚੁਨਿਟੀ ਪ੍ਰੋਵਾਈਡ ਕਰਾਈ ਹੈ ਔਰ ਦੁਨੀਆ ਨੂੰ, ਇਕੱਲੇ ਇੰਡੀਆ ਨੂੰ ਨਹੀਂ, ਦੁਨੀਆ ਨੂੰ ਦਿਖਾਤਾ ਹੈ ਕਿ ਇਹ ਜਿਹੜੀ ਕੌਮ ਹੈ, ਜਿਹੜੇ ਪੰਜਾਬੀ ਕੌਮ ਹੈ, ਕਿਸੇ ਮੁੱਦੇ 'ਤੇ ਇਕੱਠੀ ਵੀ ਹੋ ਸਕਦੀ ਹੈ, ਆਪਣੇ ਹੱਕਾਂ ਵਾਸਤੇ ਲੜ ਵੀ ਸਕਦੀ ਹੈ। ਔਰ ਜਦੋਂ ਤੱਕ ਇਹ ਏਕਾ ਬਰਕਰਾਰ ਹੈ, ਜਿਹੜਾ ਮਰਜ਼ੀ ਕਾਨੂੰਨ ਦੁਨੀਆ ਦਾ ਪਾਸ ਹੋ ਜੇ, ਮੈਨੂੰ ਨਹੀਂ ਲੱਗਦਾ ਸਾਡਾ ਨੁਕਸਾਨ ਹੋ ਸਕਦਾ। ਇਹ ਜਿਹੜੇ ਆਰਡੀਨੈਂਸ ਸੀਗੇ ਆਈ ਥਿੰਕ ਜੂਨ ਜੁਲਾਈ ਦੇ ਵਿੱਚ ਲੈ ਕੇ ਆਈ ਸੀਗੀ ਗੌਰਮੈਂਟ ਔਰ ਕਿਸਾਨ ਜਥੇਬੰਦੀਆਂ ਉਦੋਂ ਦਾ ਵਿਰੋਧ ਕਰ ਰਹੀਆਂ ਨੇ। ਹੁਣ ਜਦੋਂ ਪਿੱਪਲੀ ਦੇ ਵਿੱਚ 15 ਤਰੀਕ ਨੂੰ ਲਾਠੀ ਚਾਰਜ ਹੋਇਆ, ਉਸ ਤੋਂ ਬਾਅਦ ਮੁੱਦਾ ਜ਼ਿਆਦਾ ਭੜਕਿਆ ਹੈ। ਇਹ ਸਾਡੀ ਕਮਜ਼ੋਰੀ ਰਹੀ ਹੈ ਪੋਲੀਟੀਕਲ ਪਾਰਟੀਜ਼ ਦੀ ਔਰ ਸਾਨੂੰ ਸੋਚਣਾ ਪੈਣਾ ਹੈ ਇਹਦੇ ਲਈ ਇਨ ਫਿਊਚਰ ਦੇ ਵਿੱਚ ਵੀ। ਜਦੋਂ ਵੋਟਾਂ ਦਾ ਟਾਈਮ ਆਉਂਦਾ, ਆਪਾਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਵੋਟਾਂ ਪਾਈਏ, ਕਿਉਂਕਿ ਸਾਡਾ ਮਾੜੀ ਕਿਸਮਤ ਇਹ ਰਹੀ ਹੈ ਜਦੋਂ ਵੋਟਾਂ ਦਾ ਟਾਈਮ ਆਉਂਦਾ ਕੋਈ ਦਾਰੂ ਪੀ ਕੇ ਵੋਟਾਂ ਪਾ ਦਿੰਦਾ ਹੈ ਨਾ, ਔਰ ਜਾਂ ਛੋਟੇ ਮੋਟੇ ਲਾਲਚਾਂ ਕਰਕੇ ਆਪਾਂ ਵੋਟ ਵੇਲੇ ਸਾਡਾ ਮੈਜੋਰਟੀ ਹੈ ਸਾਡੀ ਜਿਹੜੀ ਪੰਜਾਬ ਦੀ, ਉਹ ਮਾਈਂਡ ਚੇਂਜ ਕਰ ਜਾਂਦੀ ਹੈ। ਇਹ ਸਾਡੇ ਵਾਸਤੇ ਐਗਜ਼ਾਮਪਲ ਹੈ, ਇੱਕ ਪਲੇਟਫਾਰਮ ਹੈ ਸਾਰਿਆਂ ਲਈ। ਅਵੇਅਰ ਹੋਣ ਦਾ ਟਾਈਮ ਹੈ, ਅਵੇਅਰ ਹੋਰ ਵੀ ਰਹੇ ਨੇ ਕਿ ਜਦੋਂ ਵੋਟਾਂ ਦਾ ਟਾਈਮ ਆਵੇ ਆਪਣੇ ਆਤਮਾ ਦੀ ਆਵਾਜ਼ ਸੁਣ ਕੇ ਵਧੀਆ ਕੈਂਡੀਡੇਟਾਂ ਨੂੰ ਵੋਟਾਂ ਪਾਉਣ, ਤਾਂ ਹੀ ਇੱਕ ਚੇਂਜ ਆ ਸਕਦਾ। ਪਹਿਲੀ ਵੈਸੇ ਕਿਸਾਨ ਸਾਰੇ ਸਿਆਣੇ ਨੇ, ਮੇਰੀ ਇੰਨੀ ਔਕਾਤ ਨਹੀਂ ਹੈਗੀ ਹੈ। ਇੱਕ ਬਹੁਤ ਵੱਡਾ ਪਰਾਲੀ ਦਾ ਮੁੱਦਾ ਹੈਗਾ, ਇਸ ਗੱਲ ਦਾ ਦੁੱਖ ਵੀ ਹੈ। 24 ਘੰਟੇ ਦੇ ਵਿੱਚ ਸਾਡਾ ਧੂੰਆਂ ਤਾਂ ਦਿੱਲੀ ਪਹੁੰਚ ਜਾਂਦਾ, ਪਰ ਕਿਸਾਨ ਸੜਕਾਂ 'ਤੇ ਰੁਲ ਰਹੇ ਨੇ, ਉਹਨਾਂ ਨੂੰ ਇਹ ਨਹੀਂ ਦਿਖਦਾ। ਨਾ ਹੀ ਨੈਸ਼ਨਲ ਮੀਡੀਆ ਤੋਂ ਬਹੁਤ ਵੱਡਾ ਸਾਨੂੰ ਦੁੱਖ ਹੈ ਔਰ ਗੁੱਸਾ ਵੀ ਹੈ। ਉਹਦਾ ਬਾਈਕਾਟ ਕਰਨਾ ਚਾਹੀਦਾ ਹੈ ਔਰ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਆਪਾਂ 97 ਤੋਂ ਲੈ ਕੇ ਸਾਡੇ ਪਰਿਵਾਰ ਨੇ, ਮੇਰੇ ਵੱਡੇ ਬ੍ਰਦਰ ਨੇ ਡਾਕਟਰ ਨਿਰਮਲ ਸਿੰਘ ਅਤੇ ਐਡਵੋਕੇਟ ਸਰਵਣ ਸਿੰਘ ਜਿਹੜੇ ਇੰਗਲੈਂਡ 'ਚ ਨੇ, ਸਾਨੂੰ ਸ਼ੁਰੂ ਤੋਂ ਹੀ ਸ਼ੌਕ ਰਿਹਾ ਖੇਤੀਬਾੜੀ ਦਾ। ਮੇਰੇ ਬ੍ਰਦਰ ਨੇ MA B.Ed MPhil PhD ਡਿਪਲੋਮਾ ਇਨ ਜਰਨਲਿਜ਼ਮ ਕਰਕੇ ਫਿਰ ਵੀ ਖੇਤੀਬਾੜੀ ਕੀਤੀ, ਨੌਕਰੀਆਂ ਵਾਲੇ ਪਿੱਛੇ ਫਿਰਦੇ ਸੀਗੇ। ਸਾਡਾ ਸ਼ੌਕ ਰਿਹਾ। ਕੰਟਰੈਕਟ ਫਾਰਮਿੰਗ ਵੀ ਆਪਾਂ ਨੇ ਕਰਕੇ ਛੱਡਤੀ ਹੈ, ਕੋਈ ਖਾਸ ਸਾਨੂੰ ਲਾਹੇਵੰਦ ਅੱਜ ਤੋਂ 10 ਸਾਲ ਪਹਿਲਾਂ ਕਰਕੇ ਛੱਡ ਦਿੱਤੀ ਹੈ, ਜਿਹਦੀ ਹੁਣ ਗੱਲ ਹੋ ਰਹੀ ਹੈ। ਔਰਗੈਨਿਕ ਫਾਰਮਿੰਗ ਵੀ ਆਪਾਂ ਨੇ ਕਰਕੇ ਛੱਡ ਦਿੱਤੀ ਹੈ। ਆਪਾਂ ਸ਼ੁਰੂ ਤੋਂ ਇਹਦੇ ਨਾਲ ਜੁੜੇ ਹੋਏ ਹਾਂ। ਮੈਂ ਇਹੀ ਕਹਿਣਾ ਚਾਹਾਂਗਾ ਕਿ ਵੋਟਾਂ ਦੇ ਟਾਈਮ 'ਤੇ ਅਵੇਅਰ ਰਹੋ ਔਰ ਪਰਾਲੀ ਨੂੰ ਅੱਗ ਲੱਗਣ ਦੀ ਜਿੱਥੇ ਗੱਲ ਹੈ, 97 ਤੋਂ ਲੈ ਕੇ ਆਪਾਂ ਨੇ ਕਦੇ ਆਪਣੇ ਖੇਤਾਂ ਨੂੰ ਅੱਗ ਨਹੀਂ ਲਾਈ, ਕਿਉਂਕਿ ਮੈਨੂੰ ਪਰਸਨਲੀ ਲੱਗਦਾ ਹੈ ਕਿ ਸਪੋਜ਼ ਕਰੋ ਮੇਰੀ ਮਾਂ ਹੈ ਜਿਹੜੀ, ਉਹ ਸਾਹ ਦੀ ਮਰੀਜ਼ ਹੈ ਨਾ, ਜਦੋਂ ਉਹ ਧੂੰਆਂ ਜਾਂਦਾ ਹੈ ਉਹ ਸਾਰਿਆਂ ਲਈ, ਉਹ ਇਹ ਨਹੀਂ ਦੇਖਦਾ ਇਹ ਪੰਜਾਬੀ ਹੈ, ਨੌਨ ਪੰਜਾਬੀ ਹੈ, ਹਿੰਦੂ, ਸਿੱਖ ਹੈ, ਮੁਸਲਿਮ, ਈਸਾਈ ਹੈ। ਕੋਸ਼ਿਸ਼ ਕਰੀਏ ਆਪਾਂ ਸਾਰੇ ਹੀ ਪਰਾਲੀ ਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਅੱਗ ਲਾਈਏ ਔਰ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਗਰੀਬ ਕਿਸਾਨ ਨੇ, ਜਿਨ੍ਹਾਂ ਨੂੰ ਪਰਾਲੀ ਦਾ ਹੱਲ ਕਰਨ ਲਈ ਜਿਹੜੇ ਇੰਪਲੀਮੈਂਟ ਚਾਹੀਦੇ ਆ ਜਾਂ ਕੋਈ ਮਾਲੀ ਸਹਾਇਤਾ ਚਾਹੀਦੀ ਆ, ਗੌਰਮੈਂਟ ਉਹਨਾਂ ਦੀ ਹੈਲਪ ਕਰੇ ਔਰ ਆਪਾਂ ਪਰਸਨਲੀ ਵੀ ਅਵੇਅਰ ਹੋਈਏ ਆਪਣੇ ਹੱਕਾਂ ਦੇ ਲਈ ਵੀ। ਔਰ ਜਿਹੜਾ ਏਕਾ ਹੁਣ ਬਣਿਆ ਇਹਨੂੰ ਬਰਕਰਾਰ ਰੱਖੀਏ ਔਰ ਗਲਤ ਤਾਕਤਾਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਡਾਈਵਰਟ ਕਰਨ ਦੀਆਂ, ਕਦੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਿੱਚ ਕੋਈ ਨਾ ਕੋਈ ਲਾਈਵ ਹੋ ਕੇ ਬੰਦਾ ਚੰਗਾ ਬੋਲ ਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਡਾਈਵਰਟ ਹੋ ਜੇ।
ਸਾਡਾ ਏਕਾ ਹੈ। ਮੈਨੂੰ ਨਹੀਂ ਲੱਗਦਾ ਜਿਹੜਾ ਮਰਜ਼ੀ ਬਿੱਲ ਦੁਨੀਆ ਤੇ ਪਾਸ ਹੋ ਜਾਏ ਸਾਡਾ ਕੋਈ ਨੁਕਸਾਨ ਹੋ ਸਕਦਾ ਮੈਂ ਖੁਦ ਵੀ ਆਰਡੀਨੈਂਸ ਪੜ੍ਹਿਆ ਹੈ, ਹਾਲਾਂਕਿ ਇੰਗਲਿਸ਼ ਦੇ ਵਿੱਚ ਪੜ੍ਹਿਆ ਸ਼ੁਰੂ 'ਚ। ਇੱਕ ਤਾਂ ਉਹਦੀ ਲੈਂਗੁਏਜ ਬੜੀ ਟਫ ਸੀਗੀ। ਜਦੋਂ ਆਪਾਂ ਕਹਿੰਦੇ ਹਾਂ ਕਿ ਸਾਡਾ ਦੇਸ਼ ਹੈ, ਆਪਾਂ ਰਾਸ਼ਟਰ ਭਾਸ਼ਾ ਨੂੰ ਪ੍ਰਮੋਟ ਕਰੀਏ, ਫਿਰ ਸਾਡੇ ਬਿੱਲ ਵੀ ਇੱਕ ਤਾਂ ਈਜ਼ੀ ਲੈਂਗੁਏਜ 'ਚ ਹੋਣੇ ਚਾਹੀਦੇ ਹੈ ਤਾਂ ਕਿ ਆਮ ਜਨਤਾ ਨੂੰ ਸਮਝ ਆ ਸਕਣ। ਇਹਦੇ ਨਾਲ ਵੱਧ ਸਕਦੀ ਹੈ ਜੇ 2-3 ਜਿਹੜੀਆਂ ਵੱਡੀਆਂ ਮਿਸਟੇਕਸ ਨੇ ਇਹਦੇ 'ਚ ਹੋਈਆਂ ਨੇ, ਜੇ ਕਿਸਾਨਾਂ ਨਾਲ ਸਲਾਹ ਕੀਤੀ ਹੁੰਦੀ ਆਈ ਥਿੰਕ ਇਹ ਬਿੱਲ ਵਧੀਆ ਹੋ ਸਕਦਾ ਸੀ। ਕਿਉਂਕਿ ਆਈ ਥਿੰਕ ਸਾਰਿਆਂ ਨੂੰ ਹੀ ਪਤਾ ਹੈ ਕਿ ਜਿਹੜੀ ਮੇਨ ਪ੍ਰੋਬਲਮ ਹੈ ਐਸ਼ੋਰਡ ਪਰਚੇਜ਼ ਦੀ ਹੈ। ਇਕੱਲੀ 2 ਫਸਲਾਂ ਨਹੀਂ, ਸਾਰੀਆਂ ਫਸਲਾਂ ਦੀ ਐਸ਼ੋਰਡ ਪਰਚੇਜ਼ ਜੇ ਗੌਰਮੈਂਟ ਲਿਖ ਕੇ ਦੇ ਦੇਵੇ ਆਈ ਥਿੰਕ ਸਾਰੇ ਝਗੜੇ ਖਤਮ ਹੋ ਜਾਣਗੇ। ਇੱਥੇ ਆ ਕੇ ਜਿਹੜਾ ਸਭ ਤੋਂ ਵੱਡਾ ਪੁਆਇੰਟ ਹੈ, ਇਹ ਪੁਰਾਣੇ ਟਾਈਮ ਤੋਂ ਇੱਦਾਂ ਹੀ ਚੱਲਿਆ ਆ ਰਿਹਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਜਿਹਦੇ ਕੋਲ ਇੱਕ ਪੈਨ ਕਾਰਡ ਹੈ ਉਹ ਬੰਦਾ ਤੁਹਾਡੀ ਫਸਲ ਖਰੀਦ ਸਕਦਾ ਹੈ। ਹੋਣਾ ਇਹ ਚਾਹੀਦਾ ਸੀ ਉਹਦੇ ਐਸੈਟਸ ਦੇਖੇ ਜਾਣ ਵੀ ਉਹਦੇ ਕੋਲ 100 200 300 ਕਰੋੜ ਉਹਦੀ ਔਕਾਤ ਕੀ ਹੈ ਕਿ ਇੰਨੀ ਫਸਲ ਉਹ ਖਰੀਦ ਲਵੇ। ਬਾਅਦ 'ਚੋਂ ਪੈਸਿਆਂ ਤੋਂ ਮੁੱਕਰ ਜਾਵੇ, ਕਿਸਾਨ ਕੋਰਟ ਨਹੀਂ ਜਾ ਸਕਦਾ, ਹੈ ਨਾ। ਇਹ 2-3 ਡਾਊਟ ਹੈਗੇ ਆ। ਇੱਦਾਂ ਹੋ ਸਕਦਾ ਆਮਦਨ ਦੁੱਗਣੀ ਹੋ ਵੀ ਜਾਵੇ 1-2 ਸਾਲ ਦੇ ਲਈ, ਪਰ ਕਿਉਂਕਿ ਕਾਨੂੰਨ ਨਹੀਂ ਹੈਗਾ ਰਿਟਰਨ ਦੇ ਵਿੱਚ। ਕੱਲ੍ਹ ਨੂੰ ਜਿੱਦਾਂ ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ, ਜੀਓ ਹੈ, ਰਿਲਾਇੰਸ ਜੀਓ ਇੰਟਰਨੈਟ ਲੈ ਕੇ ਆਈ ਸਸਤਾ, ਸਾਰੀ ਦੁਨੀਆ ਇੱਧਰ ਨੂੰ ਭੱਜ ਗਈ। ਸ਼ੁਰੂ 'ਚ ਫ੍ਰੀ ਕਰਤਾ। ਮੈਂ ਇੱਕ ਗਾਣਾ ਵੀ ਰਿਲੀਜ਼ ਕੀਤਾ ਸੀ, ਜੱਟੀ ਮਿਲੀ ਜੀਓ ਵਾਲੇ ਸਿਮ ਵਰਗੀ ਜਿਹਦਾ ਖਰਚਾ ਨਾ ਕੋਈ, ਹੈ ਨਾ। ਸ਼ੁਰੂ 'ਚ ਫ੍ਰੀ ਸੀਗਾ ਬਿਲਕੁਲ। ਹੌਲੀ ਹੌਲੀ ਕੀ ਹੋਇਆ, ਉਹਨਾਂ ਨੇ ਚਾਰਜ ਲੈਣੇ ਸ਼ੁਰੂ ਕਰਤੇ, ਇੱਕ ਕਸਟਮਰ ਬਣਾ ਲਏ। ਹੁਣ ਕੀ ਹੋਇਆ, ਜਿੱਦਾਂ ਬੜਾ ਮਗਰਮੱਛ ਹੈ ਛੋਟੀ ਮੱਛੀਆਂ ਨੂੰ ਖਾ ਜਾਂਦਾ ਹੈ। ਉਹ ਵੋਡਾਫੋਨ ਆਈਡੀਆ ਦੀ ਮਜਬੂਰੀ ਬਣ ਗਈ, ਆਪਸ ਦੇ ਵਿੱਚ VI ਬਣ ਗਏ। ਏਅਰਟੈਲ ਹੋ ਗਿਆ, ਹੈ ਨਾ। ਸਿਰਫ 3 ਕੰਪਨੀਆਂ ਰਹਿ ਗਈਆਂ ਹੁਣ ਇਹਨਾਂ ਦੇ ਉੱਤੇ ਇੰਨਾ ਕਰਜ਼ਾ ਚੜ੍ਹ ਗਿਆ। ਇਹ ਕੋਰਟ 'ਚ ਗਏ, ਕੋਰਟ ਨੇ ਇਹਨਾਂ ਨੂੰ 5-7 ਸਾਲ ਦਾ ਟਾਈਮ ਦਿੱਤਾ ਹੈ ਕਿ ਤੁਸੀਂ ਆਪਣਾ ਕਰਜ਼ਾ ਲਾਓ। ਪਰ ਇੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ, ਇਕੱਲੀ ਰਿਲਾਇੰਸ ਜੀਓ ਹੀ ਰਹਿ ਜਾਣੀ ਆ ਮਾਰਕੀਟ ਦੇ ਵਿੱਚ। ਫਿਰ ਉਹਦੀ ਮੋਨੋਪੋਲੀ ਹੋ ਜਾਏਗੀ ਅਤੇ ਉਹ ਮਨਮਰਜ਼ੀ ਦੇ ਰੇਟ ਇੰਟਰਨੈਟ ਦੇ ਵਸੂਲਣਗੇ। ਇਸ ਕਰਕੇ 3-4 ਕੰਪਨੀਆਂ ਦਾ ਹੋਣਾ ਲਾਜ਼ਮੀ ਹੈ। ਇਹੀ ਸੇਮ ਸਿਸਟਮ ਹੈ ਸਾਡੀ ਕਿਸਾਨੀ ਨਾਲ ਹੋਣ ਦੇ ਚਾਂਸਿਸ ਨੇ, ਜਦੋਂ ਤੱਕ ਉਹ ਕਾਨੂੰਨ ਦੇ ਵਿੱਚ ਲਿਖਿਆ ਨਹੀਂ ਜਾਊਗਾ ਕਿ ਐਸ਼ੋਰਡ ਜਿਹੜੀ ਪਰਚੇਜ ਹੈ, ਜਾਂ ਜਿੱਦਾਂ ਕਿ ਹੁਣ ਗੌਰਮੈਂਟ ਨੇ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ ਹੈ ਨਾ, ਕਿ ਜਿਹੜਾ ਇਸ ਤੋਂ ਘੱਟ ਖਰੀਦੂਗਾ ਉਹ ਜੇਲ੍ਹ 'ਚ ਜਾਊਗਾ। ਇਸੇ ਚੀਜ਼ ਦਾ ਰੋਣਾ ਹੈ ਕਿ ਕੋਈ ਵੀ ਗੌਰਮੈਂਟ ਹੈ, ਜਦੋਂ ਕਿਸਾਨ ਕਹਿੰਦਾ ਹੈ ਕਿ ਸਿਰਫ 2 ਫਸਲਾਂ ਨੂੰ ਹਜੇ ਤੱਕ ਮਿਲ ਰਹੀ ਹੈ, ਸਾਰੀਆਂ ਫਸਲਾਂ ਦੀ ਜਦੋਂ ਕਾਨੂੰਨੀ ਰੂਪ ਦੇ ਵਿੱਚ ਐਸ਼ੋਰਡ ਪਰਚੇਜ ਹੋ ਜੂਗੀ, ਫਿਰ ਮੰਡੀਆਂ ਵੀ ਸੇਫ ਰਹਿਣਗੀਆਂ, ਕੰਪੀਟੀਸ਼ਨ ਵੀ ਵਧੇਗਾ ਔਰ ਕਿਸਾਨਾਂ ਦੇ ਸਾਰੇ ਮੁੱਦੇ ਹੱਲ ਹੋ ਜਾਣਗੇ।